Dear students, ਅੱਜ ਦਾ ਸਾਡਾ ਇਕਨੋਮਿਕਸ ਦਾ ਟੌਪਿਕ ਹੈ ਸਿਗਨੀਫੀਕੈਂਸ ਆਫ ਕੋਰੀਲੇਸ਼ਨ। ਕੱਲ੍ਹ ਅਸੀਂ ਕੋਰੀਲੇਸ਼ਨ ਵਾਲਾ ਲੈਸਨ ਸ਼ੁਰੂ ਕੀਤਾ ਸੀਗਾ ਅਤੇ ਉਹਦੇ ਵਿੱਚ ਜਿਹੜਾ ਉਹਦਾ ਮੀਨਿੰਗ ਔਰ ਟਾਈਪਸ ਕੀਤੀਆਂ ਸੀ, ਅਤੇ ਅੱਜ ਅਸੀਂ ਸਿਗਨੀਫੀਕੈਂਸ ਆਫ ਕੋਰੀਲੇਸ਼ਨ ਕਰਾਂਗੇ। ਫਸਟ ਪੁਆਇੰਟ ਹੈ ਸਾਡੇ ਕੋਲ ਨੌਲੇਜ ਅਬਾਊਟ ਰਿਲੇਸ਼ਨਸ਼ਿਪ ਬਿਟਵੀਨ ਵੇਰੀਏਬਲਸ। ਕਹਿੰਦੇ ਜਿਹੜੇ ਕੋਰੀਲੇਸ਼ਨ ਹੈ ਉਹ ਸਾਨੂੰ ਨੌਲੇਜ ਪ੍ਰੋਵਾਈਡ ਕਰਦੀ ਹੈ ਰਿਲੇਸ਼ਨਸ਼ਿਪ ਬਿਟਵੀਨ ਵੇਰੀਏਬਲਸ ਦੇ ਵਿੱਚ ਕੀ ਰਿਲੇਸ਼ਨਸ਼ਿਪ ਹੈ ਉਸ ਬਾਰੇ ਸਾਨੂੰ ਨੌਲੇਜ ਪ੍ਰੋਵਾਈਡ ਕਰਦੀ ਹੈ। ਨੈਕਸਟ ਹੈ ਨੌਲੇਜ ਅਬਾਊਟ ਨੇਚਰ ਆਫ ਰਿਲੇਸ਼ਨਸ਼ਿਪ। ਕੋਰੀਲੇਸ਼ਨ ਸਾਨੂੰ ਹੈਲਪ ਕਰਦੀ ਹੈ ਕਿ ਵੇਰੀਏਬਲਸ ਦੀ ਜਿਹੜੀ ਹੈ ਉਹ ਨੇਚਰ ਕੀ ਹੈ ਅਤੇ ਨੇਚਰ ਦੇ ਵਿੱਚ ਇੱਕ ਵੇਰੀਏਬਲ ਦਾ ਦੂਜੀ ਵੇਰੀਏਬਲ ਦੇ ਨਾਲ ਕੀ ਸੰਬੰਧ ਹੈ, ਕੀ ਰਿਲੇਸ਼ਨਸ਼ਿਪ ਹੈ। ਨੈਕਸਟ ਹੈ ਮੈਜ਼ਰਮੈਂਟ ਆਫ ਡਿਗਰੀਜ਼ ਆਫ ਰਿਲੇਸ਼ਨਸ਼ਿਪ। ਕੋਰੀਲੇਸ਼ਨ ਕੱਲਾ ਸਾਨੂੰ ਇਹ ਨਹੀਂ ਦੱਸਦਾ ਹੈ ਕਿ ਵੇਰੀਏਬਲਸ ਦੇ ਵਿੱਚ ਕੀ ਰਿਲੇਸ਼ਨਸ਼ਿਪ ਹੈ, ਕੀ ਉਹਨਾਂ ਦੀ ਨੇਚਰ ਦੇ ਵਿੱਚ ਰਿਲੇਸ਼ਨਸ਼ਿਪ ਹੈ। ਕੋਰੀਲੇਸ਼ਨ ਸਾਨੂੰ ਉਹਨਾਂ ਦੀ ਡਿਗਰੀਜ਼ ਵੀ ਦੱਸਦਾ ਹੈ ਕਿ ਕਿੰਨੀ ਡਿਗਰੀਜ਼ ਤੱਕ ਜਿਹੜਾ ਹੈ ਉਹਨਾਂ ਦੇ ਵਿੱਚ ਰਿਲੇਸ਼ਨਸ਼ਿਪ ਹੈ। ਡਿਗਰੀਜ਼ ਨੂੰ ਮੈਜ਼ਰ ਕਰਨ ਦੇ ਵਿੱਚ ਵੀ ਹੈਲਪਫੁਲ ਹੁੰਦਾ ਹੈ। ਨੈਕਸਟ ਹੈ ਹੈਲਪ ਟੂ ਇਵੈਲੂਏਟ ਦੀ ਸਿਗਨੀਫੀਕੈਂਸ ਆਫ ਰਿਲੇਸ਼ਨਸ਼ਿਪ। ਜਿਹੜਾ ਸਾਡਾ ਕੋਰੀਲੇਸ਼ਨ ਹੈ ਉਹ ਇਵੈਲੂਏਟ ਕਰਨ ਦੇ ਵਿੱਚ ਹੈਲਪ ਕਰਦਾ ਹੈ ਰਿਲੇਸ਼ਨਸ਼ਿਪ ਨੂੰ ਇਵੈਲੂਏਟ ਕਰਨ ਦੇ ਲਈ। ਅਤੇ ਦੀ ਸਟੱਡੀ ਆਫ ਕੋਰੀਲੇਸ਼ਨ ਆਲਸੋ ਹੈਜ਼ ਟੂ ਇਵੈਲੂਏਟ ਦੀ ਸਿਗਨੀਫੀਕੈਂਸ ਆਫ ਰਿਲੇਸ਼ਨਸ਼ਿਪ ਬਿਟਵੀਨ ਵੇਰੀਏਬਲ, ਕਿ ਵੇਰੀਏਬਲਸ ਦੇ ਵਿੱਚ ਕੀ ਸਿਗਨੀਫਿਕੈਂਟ ਹੈ, ਕੀ ਉਹ ਵੇਰੀਏਬਲ ਜੋ ਅਸੀਂ ਕੱਢ ਰਹੇ ਹਾਂ ਉਹ ਸਿਗਨੀਫਿਕੈਂਟ ਹੈ, ਲੌਜੀਕਲ ਹੈ ਜਾਂ ਇਨਲੌਜੀਕਲ ਹੈ। ਨੈਕਸਟ ਹੈ ਬੇਸਿਸ ਆਫ ਰਿਗਰੈਸ਼ਨ ਐਨਾਲਿਸਿਸ। ਜਦੋਂ ਅਸੀਂ ਕੋਰੀਲੇਸ਼ਨ ਦੇ ਨਾਲ ਉਹਦੀ ਨੇਚਰ ਅਤੇ ਡਿਗਰੀਜ਼ ਬਾਰੇ ਪੜ੍ਹ ਲੈਂਦੇ ਹਾਂ, ਦੇਖ ਲੈਂਦੇ ਹਾਂ ਕਿ ਵੇਰੀਏਬਲਸ ਦੇ ਵਿੱਚ ਕੀ ਰਿਲੇਸ਼ਨਸ਼ਿਪ ਹੈ, ਉਸ ਤੋਂ ਬਾਅਦ ਜਿਹੜੀ ਕੋਰੀਲੇਸ਼ਨ ਹੈ ਉਹ ਸਾਨੂੰ ਇੱਕ ਵੇਰੀਏਬਲ ਦਾ ਦੂਜੇ ਵੇਰੀਏਬਲ ਦੇ ਨਾਲ ਡਿਪੈਂਡੈਂਸੀ ਵੀ ਦੱਸਦੀ ਹੈ ਕਿ ਕਿੰਨਾ ਇੱਕ ਵੇਰੀਏਬਲ ਦੂਜੇ ਵੇਰੀਏਬਲ ਉੱਤੇ ਡਿਪੈਂਡ ਕਰਦਾ ਹੈ। ਨੈਕਸਟ ਹੈ ਹੈਲਪਫੁਲ ਇਨ ਪੋਲਿਸੀ ਫਾਰਮੂਲੇਸ਼ਨ। ਕੋਰੀਲੇਸ਼ਨ ਜਿਹੜਾ ਹੈ ਉਹ ਪੋਲਿਸੀ ਫਾਰਮੂਲੇਸ਼ਨ ਵਿੱਚ ਵੀ ਹੈਲਪਫੁਲ ਹੁੰਦਾ ਹੈ। ਨਵੀਆਂ ਪੋਲਿਸੀਜ਼ ਨੂੰ ਬਣਾਉਣ ਦੇ ਲਈ ਵੀ ਸਾਨੂੰ ਨੌਲੇਜ ਪ੍ਰੋਵਾਈਡ ਕਰਦਾ ਹੈ ਕੋਰੀਲੇਸ਼ਨ। ਨੈਕਸਟ ਹੈ ਹੈਲਪਫੁਲ ਇਨ ਰਿਸਰਚ। ਅਗਰ ਕੋਈ ਦੇਖੋ ਕੋਰੀਲੇਸ਼ਨ ਜਿਹੜੀ ਹੈ ਇੱਕ ਸਟੈਟੀਕਲ ਟੈਕਨੀਕ ਹੈ ਜਿਹੜੀ ਕਿ ਜ਼ਿਆਦਾ ਯੂਜ਼ ਕੀਤੀ ਜਾਂਦੀ ਹੈ ਰਿਸਰਚ ਵਰਕ ਦੇ ਲਈ, ਠੀਕ ਹੈ। ਅਤੇ ਰਿਸਰਚ ਦੇ ਵਿੱਚ ਸਾਨੂੰ ਹਰ ਇੱਕ ਲਾਅ ਔਰ ਥਿਊਰੀ ਦੇ ਵਿੱਚ ਇਹਦੀ ਯੂਜ਼ਸ ਹੁੰਦੀ ਹੈ ਅਤੇ ਸਾਨੂੰ ਹੈਲਪ ਕਰਦੀ ਹੈ ਕਿਸੇ ਵੀ ਰਿਸਰਚ ਨੂੰ ਪੂਰਾ ਕਰਨ ਦੇ ਲਈ। ਨੈਕਸਟ ਹੈ ਸਾਡੇ ਕੋਲ ਹੈਲਪਫੁਲ ਇਨ ਅੰਪੀਰੀਕਲ ਇਨਵੈਸਟੀਗੇਸ਼ਨ। ਕੋਰੀਲੇਸ਼ਨ ਸਾਨੂੰ ਅੰਪੀਰੀਕਲ ਇਨਵੈਸਟੀਗੇਸ਼ਨ ਵਿੱਚ ਵੀ ਹੈਲਪਫੁਲ ਹੁੰਦਾ ਹੈ। ਫੋਰ ਐਗਜ਼ਾਮਪਲ ਜਦੋਂ ਆਪਾਂ ਮੰਨ ਲਓ ਦੇਖਣਾ ਹੈ ਕਿ ਸਾਡੇ ਕੋਲ ਕੋਈ ਓਬਜ਼ਰਵੇਸ਼ਨ ਹੈ ਕਿ ਨੈਗੇਟਿਵ ਰਿਲੇਸ਼ਨਸ਼ਿਪ ਹੈ ਪ੍ਰਾਈਸ ਔਰ ਡਿਮਾਂਡ ਦੇ ਵਿੱਚ, ਉਹਨੂੰ ਵੈਰੀਫਾਈ ਕਰਨ ਦੇ ਲਈ ਅਸੀਂ ਕੋਰੀਲੇਸ਼ਨ ਦਾ ਯੂਜ਼ ਕਰ ਸਕਦੇ ਹਾਂ। ਮਤਲਬ ਸਾਡੀ ਜਿਹੜੀ ਕੋਰੀਲੇਸ਼ਨ ਹੈ ਉਹ ਉਹਦੀਆਂ ਥਿਊਰੀਜ਼, ਉਹਦੇ ਲਾਅ ਜਿਹੜੇ ਆ ਉਹ ਹਰ ਇੱਕ ਫੀਲਡ ਦੇ ਉੱਤੇ ਯੂਜ਼ ਹੋ ਸਕਦੇ ਆ। ਅਤੇ ਇਹ ਹੈ ਸਾਡੀ ਸਿਗਨੀਫੀਕੈਂਸ ਆਫ ਕੋਰੀਲੇਸ਼ਨ। ਨੈਕਸਟ ਹੈ ਸਾਡੇ ਕੋਲ ਮੈਜ਼ਰਸ ਆਫ ਕੋਰੀਲੇਸ਼ਨ ਜਾਂ ਮੈਥਡਸ ਆਫ ਮੈਜ਼ਰਮੈਂਟ ਆਫ ਕੋਰੀਲੇਸ਼ਨ। ਕੋਰੀਲੇਸ਼ਨ ਨੂੰ ਮੈਜ਼ਰ ਕਰਨ ਦੇ ਕੁਛ ਮੈਥਡਸ ਹੈ ਸਾਡੇ ਕੋਲ ਜਿਨ੍ਹਾਂ ਦੇ ਨਾਲ ਅਸੀਂ ਕੋਰੀਲੇਸ਼ਨ ਦੇ ਮੈਥਡਸ ਯੂਜ਼ ਕਰਕੇ ਉਹਦੀ ਮੈਜ਼ਰਮੈਂਟ ਕਰ ਸਕਦੇ ਹਾਂ। ਸਾਡੇ ਕੋਲ ਮੈਥਡਸ ਦੇ ਵਿੱਚ ਦੋ ਤਰ੍ਹਾਂ ਦੇ ਮੇਨ ਮੈਥਡਸ ਹੈ, ਨੋਨ ਮੈਥੇਮੈਟੀਕਲ ਮੈਥਡਸ ਔਰ ਮੈਥੇਮੈਟੀਕਲ ਮੈਥਡਸ। ਫਸਟ ਹੈ ਸਾਡੇ ਕੋਲ ਨੋਨ ਮੈਥੇਮੈਟੀਕਲ ਮੈਥਡ, ਜਿਹਦੇ ਵਿੱਚ ਸਾਡੇ ਕੋਲ ਇੱਕ ਮੈਥਡ ਹੈ ਸਕੈਟਰ ਡਾਇਗਰਾਮ ਮੈਥਡ, ਅਤੇ ਨੈਕਸਟ ਹੈ ਸਾਡੇ ਕੋਲ ਮੈਥੇਮੈਟੀਕਲ ਮੈਥਡ ਜਿਹਦੇ ਵਿੱਚ ਸਾਡੇ ਕੋਲ ਦੋ ਜਿਹੜੇ ਆ ਉਹ ਮੇਨ ਫਾਰਮੂਲੇ ਹੈ, ਕਾਰਲ ਪੀਅਰਸਨਸ ਮੈਥਡ ਅਤੇ ਸਪੀਅਰਮੈਨਸ ਰੈਂਕ ਕੋਰੀਲੇਸ਼ਨ ਮੈਥਡ। ਦੇਖੋ ਪਹਿਲਾਂ ਅਸੀਂ ਨੋਨ ਮੈਥੇਮੈਟੀਕਲ ਮੈਥਡ ਕਰਾਂਗੇ ਜਿਹਦੇ ਵਿੱਚ ਮੈਥੇਮੈਟੀਕਲ ਟਰਮਸ ਦਾ ਯੂਜ਼ ਨਹੀਂ ਕੀਤਾ ਜਾਂਦਾ ਹੈ। ਸਕੈਟਰ ਡਾਇਗਰਾਮ ਜਿਹੜਾ ਹੈ ਮੈਥਡ ਇੱਕ ਸਿੰਪਲ ਮੈਥਡ ਹੈ ਕੋਰੀਲੇਸ਼ਨ ਨੂੰ ਮੈਜ਼ਰ ਕਰਨ ਦਾ, ਜਿਹਦੇ ਵਿੱਚ ਅਸੀਂ ਦੋ ਵੇਰੀਏਬਲਸ ਦੇ ਵਿੱਚ ਕੋਰੀਲੇਸ਼ਨ ਨੂੰ ਮੈਜ਼ਰ ਕਰਦੇ ਹਾਂ। ਅਤੇ ਜਦੋਂ ਅਸੀਂ ਸਕੈਟਰ ਡਾਇਗਰਾਮ ਮੈਥਡ ਦੇ ਨਾਲ ਕੋਰੀਲੇਸ਼ਨ ਮੈਜ਼ਰ ਕਰਨੀ ਹੁੰਦੀ ਹੈ ਅਤੇ ਉਹ ਗ੍ਰਾਫ ਪੇਪਰ ਦੇ ਉੱਤੇ ਕੀਤੀ ਜਾਂਦੀ ਹੈ, ਇਹਨੂੰ ਗ੍ਰਾਫੀਕਲ ਮੈਥਡ ਵੀ ਕਹਿੰਦੇ ਹਾਂ ਅਸੀਂ। ਇਹਦੇ ਵਿੱਚ ਜਦੋਂ ਅਸੀਂ ਸਕੈਟਰ ਡਾਇਗਰਾਮ ਦੇ ਵਿੱਚ ਕੋਰੀਲੇਸ਼ਨ ਕੈਲਕੂਲੇਟ ਕਰਨੀ ਹੁੰਦੀ ਹੈ ਤਾਂ ਸਾਡੇ ਕੋਲ ਜਿਹੜੇ ਦੋ ਵੇਰੀਏਬਲਸ ਹੁੰਦੇ ਆ, ਇੱਕ ਵੇਰੀਏਬਲ ਨੂੰ ਆਪਾਂ ਐਕਸ ਐਕਸਿਸ ਦੇ ਉੱਤੇ ਮੰਨ ਲੈਂਦੇ ਹਾਂ, ਦੂਜੇ ਵੇਰੀਏਬਲ ਨੂੰ ਅਸੀਂ ਵਾਈ ਐਕਸਿਸ ਦੇ ਉੱਤੇ ਮੰਨ ਲੈਂਦੇ ਹਾਂ। ਫਿਰ ਅਕੋਰਡਿੰਗ ਟੂ ਸਕੇਲ
क्वेश्चन दे स्केल दे अकॉर्डिंग जिहड़ा है असीं उन्हां दीयां वैल्यूज़ एक्स एक्सिस दियां ते वाई एक्सिस दियां जिहड़ियां है ओह लिख लैंदे आ ते ग्राफ तैयार करते हैं दोनों पॉइंट्स नूं लैके ते जिद्दां भी ये पॉइंट्स जिहड़े आ ओह प्लॉट कीते जांदे है ग्राफ पेपर दे उत्ते उहनूं देख के असीं कोरिलेशन दी जिहड़ी है मैजरमेंट करते हैं। देखो ਇਹਦੇ ਵਿੱਚ ਸਾਡੇ ਕੋਲ ਸਕੈਟਰ ਡਾਇਗਰਾਮ ਦੇ ਵਿੱਚ ਦੇਖੋ ਅਗਰ ਤਾਂ ਸਾਡੇ ਜਿਹੜੇ ਪੁਆਇੰਟਸ ਹੈ ਉਹ ਸਟ੍ਰੇਟ ਲਾਈਨ ਆਉਂਦੇ ਹੈ ਠੀਕ ਹੈ ਤੇ ਨੀਚੇ ਤੋਂ ਉੱਪਰ ਨੂੰ ਆਉਂਦੇ ਹੈ ਤਾਂ ਉਹ ਪਰਫੈਕਟਲੀ ਪੋਜ਼ਿਟਿਵ ਕੋਰਿਲੇਸ਼ਨ ਹੁੰਦੀ ਹੈ ਕਿਉਂਕਿ ਇਹ ਸਾਡੀ ਪੋਜ਼ਿਟਿਵ ਕਰਵ ਹੈ ਠੀਕ ਹੈ ਤੇ ਪਰਫੈਕਟਲੀ ਪੋਜ਼ਿਟਿਵ ਕਰਵ ਹੁੰਦੀ ਹੈ ਜਦੋਂ ਸਾਡੇ ਜਿਹੜੇ ਪੁਆਇੰਟਸ ਹੈ ਉਹ ਇੱਕੋ ਲਾਈਨ ਦੇ ਉੱਤੇ ਆਉਂਦੇ ਆ। ਪਰਫੈਕਟਲੀ ਨੈਗੇਟਿਵ ਕੋਰਿਲੇਸ਼ਨ ਹੁੰਦੀ ਹੈ ਜਦੋਂ ਸਲੋਪ ਜਿਹੜੀ ਹੈ ਨੈਗੇਟਿਵ ਹੁੰਦੀ ਹੈ ਤੇ ਸਾਡੇ ਪੁਆਇੰਟਸ ਜਿਹੜੇ ਆ ਉਹ ਨੈਗੇਟਿਵ ਸਲੋਪ ਦੇ ਵਿੱਚ ਇੱਕੋ ਲਾਈਨ ਦੇ ਉੱਤੇ ਆਉਂਦੇ ਆ ਤਾਂ ਉਹ ਪਰਫੈਕਟਲੀ ਨੈਗੇਟਿਵ ਕੋਰਿਲੇਸ਼ਨ ਹੁੰਦੀ ਹੈ। ਨੈਕਸਟ ਹੈ ਹਾਈਲੀ ਪੋਜ਼ਿਟਿਵ ਕੋਰਿਲੇਸ਼ਨ। ਹਾਈਲੀ ਪੋਜ਼ਿਟਿਵ ਕੋਰਿਲੇਸ਼ਨ ਦੇ ਵਿੱਚ ਜਿਹੜੀ ਸਾਡੀ ਜਿਹੜੇ ਸਾਡੇ ਪੁਆਇੰਟਸ ਹੈ ਉਹ ਆਉਂਦੇ ਤਾਂ ਪੋਜ਼ਿਟਿਵ ਹੈ ਹੇਠਾਂ ਤੋਂ ਉੱਪਰ ਵੱਲ ਹੀ ਆਉਂਦੇ ਆ ਪਰ ਜਿਹੜੇ ਪੁਆਇੰਟਸ ਹੈ ਉਹ ਇੱਕ ਲਾਈਨ ਦੇ ਉੱਤੇ ਨਹੀਂ ਆਉਂਦੇ ਉਹ ਥੋੜੇ ਜਿਹੇ ਲਾਈਨ ਦੇ ਕਲੋਜ਼ਰ ਆਉਂਦੇ ਹੈ ਠੀਕ ਹੈ ਕਲੋਜ਼ ਹੁੰਦੇ ਆ ਵੈਰੀ ਕਲੋਜ਼ ਟੂ ਸਟ੍ਰੇਟ ਲਾਈਨ ਹੁੰਦੇ ਆ ਤਾਂ ਉਹ ਸਾਡੀ ਹਾਈਲੀ ਪੋਜ਼ਿਟਿਵ ਕੋਰਿਲੇਸ਼ਨ ਹੁੰਦੀ ਹੈ। ਨੈਕਸਟ ਹੈ ਸਾਡੇ ਕੋਲ ਹਾਈਲੀ ਨੈਗੇਟਿਵ ਕੋਰਿਲੇਸ਼ਨ। ਜਿਹੜੇ ਪੁਆਇੰਟਸ ਹੈ ਉਹ ਨੈਗੇਟਿਵ ਹੁੰਦੇ ਆ ਡਾਊਨਵਰਡ ਹੁੰਦੇ ਆ ਤੇ ਥੋੜੇ ਜਿਹੇ ਜਿਹੜੀ ਸਾਡੀ ਸਟ੍ਰੇਟ ਲਾਈਨ ਹੈ ਉਹਦੇ ਕਲੋਜ਼ਰ ਹੁੰਦੇ ਆ ਇਸ ਲਈ ਜਦੋਂ ਇੱਦਾਂ ਦੇ ਪੁਆਇੰਟ ਆਉਂਦੇ ਆ ਤਾਂ ਸਾਡੀ ਕੋਰਿਲੇਸ਼ਨ ਜਿਹੜੀ ਹੈ ਉਹ ਹਾਈਲੀ ਨੈਗੇਟਿਵ ਕੋਰਿਲੇਸ਼ਨ ਹੁੰਦੀ ਹੈ। ਨੈਕਸਟ ਹੈ ਲੋ ਪੋਜ਼ਿਟਿਵ ਕੋਰਿਲੇਸ਼ਨ। ਲੋ ਪੋਜ਼ਿਟਿਵ ਕੋਰਿਲੇਸ਼ਨ ਦੇ ਵਿੱਚ ਸਾਡੇ ਜਿਹੜੇ ਪੁਆਇੰਟਸ ਹੈ ਉਹ ਪੋਜ਼ਿਟਿਵ ਤਾਂ ਹੁੰਦੇ ਹੈ ਅਪਵਰਡ ਤਾਂ ਹੁੰਦੇ ਹੈ ਬਟ ਜਿਹੜੀ ਸਾਡੀ ਸਟ੍ਰੇਟ ਲਾਈਨ ਹੈ ਉਹ ਤੋਂ ਥੋੜੇ ਜਿਹੇ ਦੂਰ ਹੁੰਦੇ ਆ ਉਹਦੇ ਕਲੋਜ਼ ਨਹੀਂ ਹੁੰਦੇ ਆ ਤਾਂ ਇਹ ਸਾਡੀ ਲੋ ਪੋਜ਼ਿਟਿਵ ਕੋਰਿਲੇਸ਼ਨ ਆਉਂਦੀ ਹੈ। ਨੈਕਸਟ ਹੈ ਲੋ ਨੈਗੇਟਿਵ ਕੋਰਿਲੇਸ਼ਨ। ਜਿਹੜੇ ਸਾਡੇ ਪੁਆਇੰਟਸ ਹੈ ਉਹ ਨੈਗੇਟਿਵ ਸਲੋਪ ਦੇ ਉੱਤੇ ਹੁੰਦੇ ਆ ਤੇ ਸਟ੍ਰੇਟ ਲਾਈਨ ਤੋਂ ਦੂਰ ਹੁੰਦੇ ਆ ਇਸ ਲਈ ਉਹ ਲੋ ਨੈਗੇਟਿਵ ਕੋਰਿਲੇਸ਼ਨ ਹੁੰਦੀ ਹੈ। ਤੇ ਜਦੋਂ ਸਾਡੇ ਪੁਆਇੰਟਸ ਜਿਹੜੇ ਹੈ ਉਹ ਨਾ ਤਾਂ ਪੋਜ਼ਿਟਿਵ ਹੁੰਦੇ ਹੈ ਨਾ ਹੀ ਨੈਗੇਟਿਵ ਹੁੰਦੇ ਹੈ ਜਿਵੇਂ ਇਸ ਡਾਇਗਰਾਮ ਦੇ ਵਿੱਚ ਦੱਸੇ ਹੋਏ ਹੈ ਅਲੱਗ-ਅਲੱਗ ਸਾਰੇ ਗ੍ਰਾਫ ਦੇ ਉੱਤੇ ਫੈਲੇ ਹੋਏ ਹੁੰਦੇ ਆ ਤਦ ਸਾਡੀ ਜਿਹੜੀ ਕੋਰਿਲੇਸ਼ਨ ਹੈ ਉਹ ਨੋ ਕੋਰਿਲੇਸ਼ਨ ਹੁੰਦੀ ਹੈ ਵੇਰੀਏਬਲਸ ਦੇ ਵਿੱਚ ਕੋਈ ਵੀ ਕੋਰਿਲੇਸ਼ਨ ਨਹੀਂ ਹੁੰਦੀ। when the dots are scattered all over the diagram all over the diagram ਜਿਹੜੇ ਆ ਉਹ ਫੈਲੇ ਹੋਏ ਹੁੰਦੇ ਆ then variables ਦੇ ਵਿੱਚ ਕੋਈ ਵੀ ਕੋਰਿਲੇਸ਼ਨ ਜਿਹੜੀ ਆ ਉਹ ਨਹੀਂ ਪਾਈ ਜਾਂਦੀ ਤੇ ਜਦੋਂ ਅਸੀਂ ਸਕੈਟਰ ਡਾਇਗਰਾਮ ਦੇ ਨਾਲ ਕੋਰਿਲੇਸ਼ਨ ਨੂੰ ਫਾਈਂਡ ਕਰਨਾ ਹੁੰਦਾ ਤਾਂ ਅਸੀਂ ਇਹਨਾਂ ਡਿਗਰੀਜ਼ ਨੂੰ ਦੇਖ ਕੇ ਹੀ ਜਿਹੜਾ ਹੈ ਉਹ ਕੋਰਿਲੇਸ਼ਨ ਦਾ ਅੰਦਾਜ਼ਾ ਲਗਾਉਣਾ ਹੁੰਦਾ ਹੈ। ਹੁਣ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦੱਸਦੀ ਹਾਂ ਜਿਸ ਤੋਂ ਤੁਹਾਨੂੰ ਸਮਝ ਲੱਗ ਜਾਏਗਾ। ਸਾਡੇ ਕੋਲ ਇੱਕ ਐਗਜ਼ਾਮਪਲ ਦਿੱਤੀ ਹੋਈ ਹੈ ਪ੍ਰਾਈਸ ਔਰ ਡਿਮਾਂਡ ਦਿੱਤਾ ਹੋਇਆ ਹੈ ਦੋ ਵੇਰੀਏਬਲ ਦਿੱਤੇ ਸਾਡੇ ਕੋਲ ਇੱਕ ਪ੍ਰਾਈਸ ਹੈ ਇੱਕ ਡਿਮਾਂਡ ਹੈ ਤੇ ਇਹਦਾ ਅਸੀਂ ਸਕੈਟਰ ਡਾਇਗਰਾਮ ਜਿਹੜੀ ਹੈ ਉਹ ਬਣਾਉਣੀ ਹੈ। ਮੰਨ ਲਓ ਆਪਾਂ ਐਕਸ ਐਕਸਿਸ ਦੇ ਉੱਤੇ ਡਿਮਾਂਡ ਲਿਆ ਹੈ ਤੇ ਵਾਈ ਐਕਸਿਸ ਦੇ ਉੱਤੇ ਪ੍ਰਾਈਸ ਲਿਆ ਹੈ ਜਿਹੜਾ ਕਿ ਸਾਡਾ ਵਾਈ ਵੇਰੀਏਬਲ ਹੈ ਤੇ ਡਿਮਾਂਡ ਸਾਡਾ ਐਕਸ ਵੇਰੀਏਬਲ ਹੈ। ਪੁਆਇੰਟਸ ਅਸੀਂ ਲੈ ਲਏ ਹੈ ਦੇਖੋ ਪ੍ਰਾਈਸ ਜਿਹੜਾ ਹੈ ਉਹ 5 ਹੈ ਤੇ ਡਿਮਾਂਡ ਜਿਹੜੀ ਹੈ ਉਹ 90 ਹੈ ਇਹ ਸਾਡਾ ਫਸਟ ਪੁਆਇੰਟ ਹੈ। ਦੇਖੋ 5 ਔਰ 90 ਦੇ ਉੱਤੇ ਅਸੀਂ ਆਪਣਾ ਪੁਆਇੰਟ ਜਿਹੜਾ ਹੈ ਉਹ ਲਗਾਇਆ ਹੋਇਆ ਹੈ। ਇੱਦਾਂ ਹੀ ਅਸੀਂ ਪੇਅਰਸ ਬਣਾਏ ਹੋਏ ਹੈ 10 ਤੇ 80 ਦਾ ਅੱਗੇ ਹੈ 15 ਤੇ 70 ਦਾ 60 ਤੇ 20 ਦਾ 50 ਤੇ 25 ਦਾ 40 ਤੇ 30 ਦਾ 30 35 20 ਔਰ 40 ਇਹ ਸਾਰੇ ਪੁਆਇੰਟਸ ਜਦੋਂ ਆਪਾਂ ਇਸ ਗ੍ਰਾਫ ਦੇ ਉੱਤੇ ਲਗਾਏ ਤਾਂ ਜਿਹੜੀ ਸਾਡੀ ਡਾਇਗਰਾਮ ਬਣੀ ਹੈ ਜਿਹੜੇ ਸਾਡੇ ਪੁਆਇੰਟਸ ਹੈ ਉਹ ਡਾਊਨਵਰਡ ਸਲੋਪਿੰਗ ਬਣੇ ਹੈ ਸਟ੍ਰੇਟ ਲਾਈਨ ਡਾਊਨਵਰਡ ਸਲੋਪਿੰਗ ਬਣੀ ਹੈ। ਦੇਖੋ ਜਦੋਂ ਅਸੀਂ ਇਹ ਡਾਇਗਰਾਮ ਜਦੋਂ ਆਪਾਂ ਲਾਈਨ ਨੂੰ ਜਿਹੜਾ ਹੈ ਡਰਾ ਕੀਤਾ ਤਾਂ ਸਾਨੂੰ ਪਤਾ ਲੱਗਿਆ ਕਿ ਇਹ ਨੈਗੇਟਿਵ ਸਲੋਪ ਦੇ ਵਿੱਚ ਸਾਰੇ ਪੁਆਇੰਟਸ ਹੈ ਤੇ ਜਿਹੜੀ ਸਾਡੀ ਕੋਰਿਲੇਸ਼ਨ ਹੈ ਉਹ ਪਰਫੈਕਟਲੀ ਨੈਗੇਟਿਵ ਕੋਰਿਲੇਸ਼ਨ ਹੈ। ਦੇਖੋ ਜਿਵੇਂ ਤੁਹਾਨੂੰ ਇੱਥੇ ਦਿਖਾਇਆ ਸੀ ਨੈਗੇਟਿਵ ਮਤਲਬ ਡਾਊਨਵਰਡ ਤੇ ਇਹ ਸਾਡੀ ਕੀ ਹੈ ਪਰਫੈਕਟਲੀ negative correlation between demand and price of commodity variable x and variable y ਦੇ ਵਿੱਚ perfect negative correlation ਹੈ। ਇੱਦਾਂ ਹੀ ਜਿਹੜੇ ਹੈ ਇਹਦੇ ਕੁਐਸਚਨਸ ਕੀਤੇ ਜਾਂਦੇ ਹੈ